Now the number of generators of a finite cyclic group is equal to phi n. तो किन्ने जनरेटर होंगे अगर फाइनाइट साइक्लिक ग्रुप है, अगर ਉਹਦਾ ਆਰਡਰ n ਹੈ ਤਾਂ ਉਹਦੇ ਜਨਰੇਟਰਸ ਹੋਣਗੇ phi n. ਹੁਣ phi n ਕੀ ਹੁੰਦਾ ਹੈ? phi n ਦਾ ਮਤਲਬ ਹੈ the integers, the number of integers less than n and co-prime with n. n ਤੋਂ ਛੋਟੇ ਤੇ n ਦੇ ਨਾਲ co-prime integers ਕਿੰਨੇ ਆ? ਉਹ phi n ਹੈ. ਜਿੱਦਾਂ ਹੁਣ phi 5 ਅਗਰ ਲਿਖਣਾ ਹੋਵੇ ਤਾਂ 5 ਤੋਂ ਛੋਟੇ ਕਿੰਨੇ integers ਆ? 1 2 3 4 integers ਆ, ਤੇ ਇਹਦੇ ਨਾਲ co-prime ਵੀ ਹੋਣ, ਇਹ ਸਾਰੇ ਇਹਦੇ ਨਾਲ co-prime ਹੈ ਤਾਂ ਇਹਦਾ ਮਤਲਬ ਇਹ 4 ਹੋ ਗਿਆ. ਕੋਈ ਵੀ ਪ੍ਰਾਈਮ ਨੰਬਰ ਹੈ ਅਗਰ ਨਾ ਤਾਂ ਉਹਦੇ ਤੋਂ ਜਿੰਨੇ ਵੀ ਛੋਟੇ ਹੋਣਗੇ ਨੰਬਰਸ ਉਹ ਸਾਰੇ ਉਹਦੇ ਨਾਲ co-prime भी होंगे ते less भी होंगे. ठीक है, अगर कोई नंबर कंपोजिट नंबर है जिदा कि मान लो 6 है, ठीक है, 5 of 6 लिखना तो आप देखना कि 6 तो छोटे भी नंबर होण ते ओदे नाल co-prime भी होण. 1 हैगा 6 नाल छोटा ते co-prime, फिर 2 नहीं है क्योंकि 2 ते 6 दा co-prime दा मतलब हुंदा कुछ भी कॉमन फैक्टर ना होवे. ते 2 ते 6 दे विच तां कॉमन फैक्टर 2 आ जांदा ना, 3 दे विच भी आ जांदा, 3 ते 6 भी नहीं हैगे co-prime, 4 ते 6 भी नहीं है, 5 ਤੇ 6 है तो दो ही है सिर्फ 1 ਤੇ 5 दो इंटीजर्स है ਜਿਹੜੇ 6 ਤੋਂ ਛੋਟੇ ਆ ਤੇ 6 ਦੇ ਨਾਲ ਕੋਪ੍ਰਾਈਮ ਹੈ तो ਇਹਦੀ ਵੈਲਿਊ ਆ ਗਈ 2. तो इस तरीके ਨਾਲ ਅਸੀਂ ਇਹ ਲਿਖ ਸਕਦੇ. ਤਾਂ ਹੁਣ ਆਪਾਂ ਇਹ ਚ ਜਿਹੜਾ ਸਾਡੀ ਥਿਓਰਮ ਹੈ ਇਹ ਹੈਗੀ ਹੈ ਕਿ ਕਿੰਨੇ ਫਾਈਨਾਈਟ ਸਾਈਕਲਿਕ ਗਰੁੱਪ ਦੇ ਜਨਰੇਟਰਸ ਹੋਣਗੇ. ਸੋ ਦੇ ਵਿਲ ਬੀ phi n, we will prove here. तो ਕੀ ਕਰਦੇ ਆ ਆਪਾਂ ਸਾਈਕਲਿਕ ਗਰੁੱਪ ਲੈ ਲੈਣੇ ਆ. ਲੈਟ G be a cyclic group generated by A of order n. सो ਇਹਦੇ ਵਿੱਚ ਜਿਹੜਾ ਵੀ ਐਲੀਮੈਂਟ ਹੋਏਗਾ, every element of G must be some power of A. So let A raised to power K be the element of G. ਹੁਣ ਜਿਹੜਾ K ਹੈ ਇਹ ਇੰਟੀਜਰ ਵੀ ਹੈ ਤੇ ਪਲੱਸ ਇਹ ਜਿਹੜਾ ਹੈ ਲੈਸ ਦੈਨ n ਆਏਗਾ, ਕਿਉਂਕਿ ਅਗਰ G ਦਾ ਆਰਡਰ n ਆ ਤਾਂ ਜਿਹੜੇ ਵੀ ਇਹਦੇ ਚ ਐਲੀਮੈਂਟਸ ਹੋਣਗੇ ਵੀ ਨੋ ਦੈਟ ਦੇ ਵਿਲ ਬੀ G ਦੇ ਵਿੱਚ ਐਲੀਮੈਂਟ ਜਿਹੜੇ A ਦੀਆਂ ਪਾਵਰਸ ਹੋਣਗੇ A raised to power 0, ਜਿਹੜਾ ਕਿ ਆਇਡੈਂਟੀਟੀ ਹੁੰਦਾ A raised to power 1, A raised to power 2, A raised to power n - 1 ਤੱਕ ਹੀ ਜਾਂਦਾ ਹੈ. तो ਜਿਹੜਾ ਵੀ ਇਹ ਨੰਬਰ ਇਹਨੂੰ ਬਿਲੋਂਗ ਕਰੇਗਾ ਉਹਦੀ ਪਾਵਰ ਲੈਸ ਦੈਨ n ਹੋਏਗੀ. ਠੀਕ ਹੈ, ਪੋਜ਼ਿਟਿਵ ਇੰਟੀਜਰ ਹੋਏਗਾ, ਗ੍ਰੇਟਰ ਦੈਨ ਇਕੁਅਲ ਟੂ 0 ਲਿਖ ਲੈਂਦੇ ਆ. ਸੋ ਦਿਸ ਵਿਲ ਬੀ ਦੀ ਵੈਲਿਊ ਆਫ k ਵੇਅਰ a raised to power k belongs to G. ਹੁਣ ਅਗਰ ਆਪਾਂ ਆਰਡਰ ਲਿਖਣਾ ਹੋਵੇ ਕਿ a raised to power k ਦਾ ਆਰਡਰ ਕਿੰਨਾ ਆ, ਇਹ ਸਾਡੇ ਕੋਲ ਇੱਕ ਆਪਾਂ ਥਿਓਰਮ ਕੀਤੀ ਸੀਗੀ ਆਰਡਰ ਵਾਲੇ ਜਿਹੜੇ ਟੌਪਿਕ ਦੇ ਵਿੱਚ, ਉਹ ਚ ਆਪਾਂ ਕਰਦੇ ਕਿ ਆਰਡਰ ਆਫ a raised to power k ਕੀ ਹੁੰਦਾ ਆ? n upon GCD of nk. This was an important theorem where we proved the order of a raised to power k. ਜਦੋਂ ਕਿ order of a n ਹੈ, ਠੀਕ ਹੈ, ਤਾਂ a ਦੀ ਪਾਵਰ k ਦਾ ਆਰਡਰ ਫਾਈਂਡ ਆਊਟ ਕਰਨ ਦਾ ਇਹ ਫਾਰਮੂਲਾ ਸੀ. ਹੁਣ ਆਪਾਂ ਕਹਿੰਦੇ ਆ ਕਿ ਇਹ ਵੀ a raised to power k is also generator of G. ਹੁਣ G ਦਾ ਜਨਰੇਟਰ A ਤਾਂ ਹੈਗੀ ਆ, ਉਹ ਤੋਂ ਇਲਾਵਾ ਆਪਾਂ ਕਹਿੰਦੇ ਕਿ A raised to power k ਯਾਨੀ ਅਦਰ ਜਿਹੜਾ ਇਹਦਾ ਐਲੀਮੈਂਟ ਹੈ ਮੈਂਬਰ ਹੈ G ਦਾ, ਉਹ ਵੀ ਇਹਦਾ ਜਨਰੇਟਰ ਕਦੋਂ ਹੋਏਗਾ? ਇਫ ਇਹਦਾ ਆਰਡਰ ਵੀ n ਹੋਵੇ, ਬਿਕੋਜ਼ ਜਨਰੇਟਰ ਉਹੀ ਹੁੰਦਾ ਹੈ ਜਿਹਦਾ ਆਰਡਰ ਗਰੁੱਪ ਦੇ ਆਰਡਰ ਦੇ ਬਰਾਬਰ ਹੁੰਦਾ ਹੈ. ਤਾਂ ਜਿੱਦਾਂ G ਦਾ ਆਰਡਰ n ਸੀ, A ਦਾ ਆਰਡਰ ਵੀ n ਹੋਏਗਾ. ਹੁਣ ਐਨੀ ਅਦਰ ਐਲੀਮੈਂਟ ਵੀ ਇਹਦਾ ਜਨਰੇਟਰ ਹੋ ਸਕਦਾ ਲੇਕਿਨ ਉਹਦਾ ਆਰਡਰ n ਹੋਣਾ ਚਾਹੀਦਾ. ਸੋ ਇਹਦੇ ਚ ਕੀ ਆ ਜਾਏਗਾ ਕਿ ਅਗਰ ਇਹ n ਹੈ, ਇਫ ਲਿਖ ਦਿੰਦੇ ਆ n is equal to n upon GCD of nk. ਹੁਣ n ਦੇ ਨਾਲ n ਕੈਂਸਲ ਹੋ ਜਾਏਗਾ, ਸਾਡੇ ਕੋਲ ਬਚੇਗਾ ਕਿ GCD of nk is 1. The symbol is for GCD. GCD मतलब greatest common divisor. तो ਦੋਨਾਂ ਦੇ ਵਿੱਚ common ਕੀ ਹੈ? 1 ਹੈ. ਇਹਦਾ ਮਤਲਬ ਇੱਕ ਦੂਜੇ ਨਾਲ co-prime ਹੈ. ਹੁਣ ਜਿਹੜਾ k ਸੀਗਾ ਉਹ less than n ਤਾਂ ਸੀਗਾ ਹੀ, ਠੀਕ ਹੈ, ਇੰਟੀਜਰ less than n. also ਉਹਦਾ GCD ਜਿਹੜਾ common factor ਆ ਉਹ n ਦੇ ਨਾਲ ਕੋਈ ਕਾਮਨ ਫੈਕਟਰ ਨਹੀਂ, ਮਤਲਬ ਕੋਪ੍ਰਾਈਮ ਵੀ ਹੈ. ਇਟ ਮੀਨਸ ਜਿਹੜਾ k ਹੈ ਉਹ ਕੀ ਹੋਏਗਾ? ਇਟ ਵਿਲ ਬੀ ਅ ਇੰਟੀਜਰ ਵਿਚ ਇਜ਼ ਲੈਸ ਦੈਨ n ਐਂਡ ਕੋਪ੍ਰਾਈਮ ਵਿਦ n. ਤਾਂ k ਦੀਆਂ ਕਿੰਨੀਆਂ ਵੈਲਿਊਜ਼ ਆਣਗੀਆਂ? ਪੋਸੀਬਲ ਜਿਹੜੀ ਵੈਲਿਊਜ਼ ਆ, ਸੋ k ਹੈਜ਼ phi n possible values such that order of a raised to power k is n. So phi n possible value for a raised to power k.
it means how many generators are there, because we have considered the case that this is the generator होएगा G ਦਾ अगर K ਦੀਆਂ phi n values possible होण, means phi n generators ਇਹਦੇ possible ਹੋਣਗੇ G ਦੇ, right? Now as we have discussed that the number of generators of a finite cyclic group are phi n. अगर इनफाइनाइट साइक्लिक ग्रुप होवे ਤਾਂ ਉਹਦੇ ਜਨਰੇਟਰ ਸਿਰਫ 2 ਹੁੰਦੇ। ਇਨਫਾइनाइट साइक्लिक ग्रुप ਦੇ 2 generators and finite cyclic group ਦੇ phi n generators where n is the order of group. So here we have to prove the result for infinite cyclic group. So let us consider that. Let G be generated by A infinite cyclic group. ठीक है, ਹੁਣ now we have taken one element x belongs to G. ਹੁਣ G की है generated by A है, so x must be some power of A. Let it be n, and also this can also written as x can be written as a raised to power minus 1 raised to power minus n, because minus minus it will be again a raised to power n. But here you can see कि x ਨੂੰ ਆਪਾਂ a ਦੀ ਪਾਵਰ ਚ ਲਿਖਿਆ, a ਜਨਰੇਟਰ ਸੀ, ਇੱਥੇ ਆਪਾਂ ਉਸੇ x ਨੂੰ a ਇਨਵਰਸ ਦੀ ਪਾਵਰ ਚ ਲਿਖਿਆ। ਇਟ ਮੀਨਸ ਇਹ ਹਰ ਇੱਕ ਐਲੀਮੈਂਟ ਜਿਹੜਾ ਵੀ ਆਪਾਂ x ਐਲੀਮੈਂਟ ਲਵਾਂਗੇ G ਦਾ, ਉਹਦੇ ਲਈ ਰਿਜ਼ਲਟ ਹੋਲਡ ਕਰੇਗਾ ਕਿ ਉਹਨੂੰ ਆਪਾਂ ਦੋ ਤਰੀਕੇ ਨਾਲ ਲਿਖ ਸਕਦੇ a ਦੀ ਪਾਵਰ ਤੇ a ਇਨਵਰਸ ਦੀ ਪਾਵਰ। ਇਟ ਮੀਨਸ a ਤੇ a ਇਨਵਰਸ both are generators of G. दोनों जनरेटर्स हो गए, क्योंकि जनरेटर वही एलिमेंट ਹੁੰਦਾ ਜਿਹੜਾ ਆਪਾਂ ਯੂਜ਼ ਕਰਦੇ ਆ ਕਿਸੇ ਵੀ ਅਦਰ ਐਲੀਮੈਂਟ ਨੂੰ ਐਕਸਪ੍ਰੈਸ ਕਰਨ ਦੇ ਲਈ। ਤਾਂ ਐਵਰੀ ਐਲੀਮੈਂਟ ਇਜ਼ ਸਮ ਪਾਵਰ ਆਫ ਦੀ ਜਨਰੇਟਰ, ਸੋ ਦੈਟ ਐਲੀਮੈਂਟ ਇਜ਼ x here, x is power of A, also the power of A inverse. So these are the two generators. ਦੋ ਜਨਰੇਟਰ ਇਹ ਹੋ ਗਏ। ਹੁਣ ਆਪਾਂ ਇਹ ਪ੍ਰੂਵ ਕਰਨਾ ਕਿ ਇਹਨਾਂ ਤੋਂ ਇਲਾਵਾ ਕੋਈ ਹੋਰ ਜਨਰੇਟਰਸ ਨਹੀਂ ਹੁੰਦਾ। ਸੋ ਇਫ ਪੋਸੀਬਲ let B belongs to G be another generator of what? Generator of G. So therefore G can also be written as cyclic group generated by B, right? Now A is some element, we have taken A also the generator. A is an element of G, so A can be written as B raised to power something, let it be B raised to power m, right? So A is B raised to power something because B is generator here. Again, because we can write it, G is generated by B. Now consider B is some element of G and A is the generator. Now if A is the generator, then B can be written as A raised to power L be taken here. B is equal to A raised to power L. देखो क्योंकि दोनों जनरेटर है, A भी जनरेटर है, पहला ਆਪਾਂ B ਨੂੰ जनरेटर ਮੰਨਿਆ ਤੇ A ਨੂੰ any element, तो A is some power of the generator. ਫਿਰ ਆਪਾਂ A ਨੂੰ जनरेटर ਮੰਨਿਆ ਤੇ B any element ਹੈ, तो B is some power of the generator. ਹੁਣ ਆਪਾਂ ਇਹਨਾਂ ਦੋਨੋਂ ਰਿਜ਼ਲਟਸ ਦੇ ਵਿੱਚੋਂ ਦੇਖੋ ਕੀ ਲਿਖਦੇ ਆ। A ਜਿਹੜਾ ਆਪਾਂ ਲਿਖਿਆ ਸੀ B raised to power m, B ਦੀ ਵੈਲਿਊ ਆ ਪੁੱਟ ਕਰ ਦੋ। B ਦੀ ਵੈਲਿਊ ਕੀ ਹੈ? A raised to power L raised to power m, ਆ ਜਿਹੜਾ ਬਾਹਰ ਹੈ। ਹੁਣ ਇਹ ਬਣ ਜਾਏਗਾ A raised to power LM ਜਾਂ ML, ਠੀਕ ਹੈ। ਇਹ ਆ ਗਿਆ ਸਾਡੇ ਕੋਲ A raised to power ML is equal to A. ਸੋ A ਨੂੰ ਇੱਧਰ ਸ਼ਿਫਟ ਕਰ ਲੈਂਦੇ ਆ, ਯਾਨੀ ਕਿ A ਇਨਵਰਸ ਨਾਲ ਦੋਨੋਂ ਪਾਸੇ ਮਲਟੀਪਲਾਈ ਕਰ ਦਿੱਤਾ। ਇਹਦੇ ਵਿੱਚ ਬਣ ਜਾਏਗਾ A raised to power ML minus 1 is equal to A raised to power 0. A raised to power 0 means 1. ਜਾਂ identity you can say, we can write it identity instead of 1, ਕਿਉਂਕਿ identity ਜਨਰਲ ਰਿਜ਼ਲਟ ਆ। ਤਾਂ ਆਪਾਂ ਕੀ ਕੀਤਾ, ਇੱਥੇ ਦੋਨੋਂ ਪਾਸੇ A ਇਨਵਰਸ ਨਾਲ ਮਲਟੀਪਲਾਈ ਕਰ ਦਿੱਤਾ। ਉਹਦੇ ਨਾਲ ਬਣ ਗਿਆ A raised to power 0 which is identity, ਇੱਧਰ ਬਣ ਗਿਆ A raised to power ML minus 1. ਸੋ A ਦੀ ਕੁਝ ਪਾਵਰ ਜਿਹੜੀ ਆ ਉਹ ਉਹਨੂੰ ਆਇਡੈਂਟੀਟੀ ਬਣਾ ਰਹੀ ਆ, ਮੀਨਸ ਇਹਦਾ ਆਰਡਰ ਕੀ ਆ, ਫਾਈਨਟ ਹੋ ਗਿਆ, ਠੀਕ ਹੈ। ਕਿਉਂਕਿ ਇਹ ਨੰਬਰ ਜਿਹੜਾ ਆ ਆਰਡਰ ਆਫ A is ML minus 1, ਇਹ ਆ ਗਿਆ ਇਹਦੇ ਤੋਂ, ਠੀਕ ਹੈ। ਕਿਉਂਕਿ A ਨੂੰ ਕੋਈ ਪਾਵਰ ਆਇਡੈਂਟੀਟੀ ਬਣਾ ਰਹੀ ਹੈ, ਤਾਂ ਇਹ ਕੀ ਆ, ਫਾਈਨਟ ਆ। ਕਿ ਫਾਈਨਟ ਹੋ ਸਕਦਾ ਹੈ ਅਗਰ ਗਰੁੱਪ ਇਨਫਾਈਨਟ ਹੈ
ਤਾਂ ਗਰੁੱਪ ਦਾ ਆਰਡਰ ਤੇ ਜਨਰੇਟਰ ਦਾ ਆਰਡਰ ਸੇਮ ਹੁੰਦੇ ਆ, ਗਰੁੱਪ ਦਾ ਆਰਡਰ ਇਨਫਾਈਨਾਈਟ ਆ ਤਾਂ ਜਨਰੇਟਰ ਦਾ ਆਰਡਰ ਵੀ ਇਨਫਾਈਨਾਈਟ ਹੋਏਗਾ, ਵਿਚ ਇਜ਼ ਨਾਟ ਪੋਸੀਬਲ ਹੇਅਰ। ਕਿ ਆਪਾਂ ਫਾਈਨਾਈਟ ਲਿਖ ਲਿਆ ਤਾਂ ਆਪਾਂ ਲਿਖਦੇ ਆ ਵਿਚ ਇਜ਼ ਨਾਟ ਪੋਸੀਬਲ, ਐਜ਼ G is infinite cyclic group. So above this result hold, therefore ML this -1 finite की होएगा, फिर 0 ही हो सकता, no other value possible for this, क्योंकि order of A जड़ा है वो infinite है, तो A दी कोई भी power उन्होंने आइडेंटिटी बना रही है तो power जड़ी है वो इनफिनिटी जो हो सकती है या फिर 0 हो सकती है, कोई फाइनाइट नंबर नहीं हो सकती क्योंकि A दा ऑर्डर इनफाइनाइट है। सो दिस विल बी 0। इतो क्या आ गया कि ML इज इक्वल टू 1, वी गेट इट हियर। सो हुण आपां चेक करदे हां कि M into L इज 1 ਤੇ ਇੱਕ ਦੀ ਵੈਲਿਊ ਅਗਰ ਕੱਢਣੀ ਹੋਵੇ m is equal to 1 upon l, is it possible? ਆ ਵੀ ਇੰਟੀਜਰ ਹੈ, ਆ ਵੀ ਇੰਟੀਜਰ ਹੈ, ਸੋ ਜਿੱਦਾਂ 2 is equal to 1 upon 3 ਕਹਿ ਦਈਏ ਤਾਂ is not possible, ਕਿਉਂਕਿ ਅਦਰ ਫ੍ਰੈਕਸ਼ਨ ਬਣ ਗਈ 1 upon ਸਮਥਿੰਗ ਜਿਹੜੀ ਯੂਨਿਟਰੀ ਫ੍ਰੈਕਸ਼ਨ ਹੈ। ਸੋ ਇਟ ਇਜ਼ not possible unless L ਦੀ ਵੈਲਿਊ plus minus 1 ਹੋਵੇ। ਇਹੀ ਆਏਗਾ ਨਾ ਕਿ ਅਗਰ L ਦੀ ਵੈਲਿਊ 1 ਹੈ ਤਾਂ 1 upon 1 ਇੰਟੀਜਰ ਆ ਜਾਏਗਾ, ਜਦ -1 ਹੈ ਤਾਂ ਵੀ -1 ਇੰਟੀਜਰ ਆ ਜਾਏਗਾ, ਹੋਰ ਕੋਈ ਪੋਸੀਬਲ ਵੈਲਿਊ ਨਹੀਂ ਹੈ। ਸੋ L ਜਿਹੜਾ ਸੀਗਾ ਉਹਦੀ ਇਹੀ ਪੋਸੀਬਲ ਵੈਲਿਊ, ਤਾਂ L ਦੀ ਵੈਲਿਊ ਆਪਾਂ ਇੱਥੇ ਪੁੱਟ ਕਰਦੇ ਆ ਇਹ ਵਾਲਾ ਰਿਜ਼ਲਟ ਦੇ ਵਿੱਚ, ਤਾਂ B ਦੀ ਵੈਲਿਊ ਕੀ ਆ ਜਾਏਗੀ ਸਾਡੇ ਕੋਲ, B ਆ ਜਾਏਗਾ A ਦੀ ਪਾਵਰ 1 ਜਾਂ A ਦੀ ਪਾਵਰ -1, ਕਿਉਂਕਿ L ਦੀ ਵੈਲਿਊ ਜਾਂ ਤਾਂ +1 ਹੋਏਗੀ ਜਾਂ -1 ਹੋਏਗੀ। ਇਹਦਾ ਮਤਲਬ ਜਿਹੜਾ B ਆਪਾਂ ਅਨਦਰ ਜਨਰੇਟਰ ਕੰਸੀਡਰ ਕੀਤਾ ਸੀ ਉਹ ਮੁੜ ਕੇ ਫਿਰ ਕੀ ਆ ਗਿਆ A ਦੀ ਪਾਵਰ 1 ਜਾਂ A ਦੀ ਪਾਵਰ -1, ਜਿਹੜਾ ਕਿ ਆਪਾਂ ਆਲਰੇਡੀ ਕੰਸੀਡਰ ਕਰ ਚੁੱਕੇ ਆ ਕਿ ਇਹ ਦੋ ਜਨਰੇਟਰ ਹੈ। ਇਹਦਾ ਮਤਲਬ ਤੀਸਰਾ ਕੋਈ ਜਨਰੇਟਰ ਨਹੀਂ ਹੈਗਾ ਇਹ ਤੋਂ ਅਲੱਗ, A ਤੇ A ਇਨਵਰਸ ਹੀ ਦੋ ਇਹਦੇ ਜਨਰੇਟਰ ਹੈ। तो we will write it here, infinite cyclic group has only two generators, A and A inverse, no other generator possible for infinite cyclic group.